सत श्री अकाल प्यारे दोस्तों, मैं तुहाडा अपना दोस्त हरविंदर सिंह रोडे पेश करन जा रहा हैं प्रोफैसर राकेश रमन जी की लिखी हुई कहानी हत्थ। नरैना ना ही नरैण सिंह अखवाउंदा सी ते ना ही अपने मुंडिਆਂ वाग नरैण सिंह मठाड़ू। वो बस नरैना ही सी। लोग तां उहनूं नरैना ही आखदे सन। वो खुद भी अपने आप नूं नरैना ही सददा सी। अपने मुख कम तो रता कबेल मिलदी तां आखदा, लै भी नरैणिया हुण राम रखे दी भी ठोकदे मंजी। मंजी नूं फाने ठोकदियां नरैना आप भी मुश्कड़ियां हੱਸदा रहिंदा ते कोल बैठिਆਂ नूं भी निक्कियां निक्कियां गल्लां नाल हसाउंदा रहिंदा। टू इन वन सी नरैना। लुहारा काम भी करदा सी ते तरखाना काम भी। घर दे दरवाजे ते ही उहने अपना रवायती ढंग दा कारखाना बनाया होया सी। एक पट्ठी सी, इहदे नाल हत्थ नाल चलण वाली धौंकणी लाई होई सी। कोल ही एक आयरन रखी हुई सी। गर्म लोहे नूं चुकण वाले जमूर, सन्नी आदि औजारां तो बिना वदान, हथौड़ा ते हथौड़ियां आदि दा पिता पुरखी भंडार उहदे कोल मौजूद सी। लोहे दे काम नूं ओह पहल दिंदा सी। लोहे नूं भट्ठी विच लाल करन ते फिर आयरन उत्ते रख के तलपण दे काम विचों जिवें उहनूं अनोखा आनंद मिलदा सी। पानी पा के लोहे नूं ठारदा तां तपदे लोहे चों जिहड़ी सां-सां दी आवाज़ आउंदी ओह भी उहदी खुशी दा हिस्सा बनदी। लोहे दा बहुत थोड़ा काम ही हुण उहदे कारखाने ते आउंदा सी, पर जिन्ना भी आउंदा सी उहनूं निबेड़ के ओह तरखाना काम करदा। मंजियां पीढ़ियां ठोकदा, माल डंगर लई कीले कटदा, टेसा रंदा चलाउंदा सी। तरखाना काम भी हुण उहदे कारखाने ते आउणों घट गया सी। नरायने नूं इस तब्दीली दा कोई अफसोस नहीं सी हुंदा। अफसोस हुंदा भी क्यों, उहदे आपदे मुंडिਆਂ ने भी तां नेड़ले शहर जाके खराद ला लए सन, चंगी कमाई कर रहे सन। पिछे जे ही मुंडिਆਂ ने कोठी बनाई सी ते कोठी उप्पर बड़े मान नाल मठाड़ू निवास दी तख्ती भी लगवा लई सी। शहर जा वसे दोवां मुंडिਆਂ ਤੋਂ ਇਲਾਵਾ ਨਰੈਣੇ ਦੀ ਇੱਕ ਕੁੜੀ ਸੀ। ਮੁੰਡਿਆਂ ਦਾ ਕਾਰੋਬਾਰ ਖੇਤੀਬਾੜੀ ਦੀ ਨਵੀਂ ਮਸ਼ੀਨਰੀ ਨੇ ਦਿਨਾਂ ਵਿੱਚ ਹੀ ਚੜ੍ਹਾ ਦਿੱਤਾ ਸੀ। ਦੋਵੇਂ ਇੱਕੋ ਘਰੇ ਵਿਆਹੇ ਹੋਏ ਸਨ। ਭੈਣਾਂ ਦੀ ਚੰਗੀ ਨਿਭਦੀ ਸੀ। ਕੋਠੀ ਵੀ ਸਾਂਝੀ ਪਾਈ ਸੀ। ਦੋਵੇਂ ਘਰ ਪਰਿਵਾਰ ਵਿੱਚ ਪੂਰੀ ਤਰ੍ਹਾਂ ਮਗਨ ਸਨ। ਕੁੜੀ ਦੇ ਵਿਆਹ ਦਾ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਸੀ ਤੇ ਨਾ ਹੀ ਨਰੈਣੇ ਨੇ ਕਦੇ ਉਹਨਾਂ ਨੂੰ ਫਿਕਰ ਕਰਨ ਲਈ ਕਿਹਾ ਸੀ। ਆਪਣੇ ਕੰਮ ਦਾ ਫਿਕਰ ਕਰੋ, ਕੰਮ ਦੀ ਕਦਰ ਹੈ ਅੱਜ ਕੱਲ੍ਹ। ਉਹ ਹਮੇਸ਼ਾ ਮੁੰਡਿਆਂ ਨੂੰ ਇਹੋ ਹੀ ਨਸੀਹਤ ਦਿੰਦਾ। ਨਰੈਣਾ ਤਾਂ ਮੁੰਡਿਆਂ ਕੋਲ ਕੁੜੀ ਦੇ ਵਿਆਹ ਦਾ ਵੇਰਵਾ ਵੀ ਨਹੀਂ ਸੀ ਪਾਉਂਦਾ। ਰੰਗ ਰੂਪ ਤੇ ਕੱਦ ਕਾਠ ਵੱਲੋਂ ਨਰੈਣੇ ਦੀ ਕੁੜੀ ਦਰਮਿਆਨੀ ਤੋਂ ਜਰਾ ਕੁ ਹੇਠਲੇ ਦਰਜੇ ਦੀ ਸੀ। ਸਵੇਰੇ ਮਾਵਾਂ ਧੀਆਂ ਝਾੜੂ ਬੁੱਕਰ ਦਾ ਕੰਮ ਕਰਦੀਆਂ, ਨਰੈਣੇ ਦੇ ਕਾਰਖਾਨੇ ਦੀ ਸਫਾਈ ਕਰਕੇ ਪਾਣੀ ਛਿੜਕ ਜਾਂਦੀਆਂ ਤੇ ਫਿਰ ਸਾਰਾ ਦਿਨ ਨਰੈਣਾ ਕੋਈ ਨਾ ਕੋਈ ਕੰਮ ਧੰਦਾ ਕਰਦਾ ਰਹਿੰਦਾ। ਆਪਣੇ ਸੇਪੀ ਵਾਲੇ ਘਰਾਂ 'ਚੋਂ ਕੋਈ ਨਾ ਕੋਈ ਕੰਮ ਉਹਨੂੰ ਆਇਆ ਹੀ ਰਹਿੰਦਾ ਸੀ। ਗਰਮੀਆਂ 'ਚ ਸਵੇਰ ਸਮੇਂ ਤੇ ਸਰਦੀਆਂ 'ਚ ਸ਼ਾਮ ਨੂੰ ਉਹ ਰੇਹੜੀ ਜੋੜ ਪੱਠਿਆਂ ਨੂੰ ਜਾਂਦਾ। ਪੱਠਿਆਂ ਨੂੰ ਜਾਣ ਲੱਗਾ ਉਹ ਘਰ ਵਾਲੀ ਸਰਜੀਤ ਕੌਰ ਤੇ ਕੁੜੀ ਦੀਪੋ ਨੂੰ ਵੀ ਨਾਲ ਹੀ ਲੈ ਜਾਂਦਾ। ਨਰੈਣਾ ਫਿਰੋਜ਼ਪੁਰ ਜ਼ਿਲ੍ਹੇ 'ਚ ਪੈਂਦੇ ਮੇਰੇ ਸਹੁਰਿਆਂ ਦੇ ਪਿੰਡੋਂ ਸੀ। ਮੇਰੇ ਸਹੁਰਾ ਪਰਿਵਾਰ ਨਾਲ ਉਹਦਾ ਚੰਗਾ ਸਹਿਚਾਰ ਸੀ। ਇਸ ਸਹਿਚਾਰ ਕਾਰਨ ਮੇਰੀ ਉਹਦੇ ਨਾਲ ਗੂੜੀ ਨੇੜਤਾ ਹੋ ਗਈ। ਉਹ ਮੈਨੂੰ ਜਵਾਈ ਭਾਈ ਵਾਲਾ ਮਾਣ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡਦਾ। ਮੈਂ ਸਹੁਰੇ ਜਾਂਦਾ ਤਾਂ ਸ਼ਾਮ ਨੂੰ ਜਰਾ ਮਟਰ ਗਸ਼ਤੀ ਲਈ ਖੇਤਾਂ ਵੱਲ ਨਿਕਲਦਾ ਤਾਂ ਉਹਦੇ ਘਰ ਅੱਗੋਂ ਦੀ ਲੰਘਣਾ ਪੈਂਦਾ ਸੀ। ਨਰੈਣਾ ਮੇਰਾ ਰਾਹ ਰੋਕ ਲੈਂਦਾ, ਬਾਹੋਂ ਫੜ ਕਾਰਖਾਨੇ ਵੱਲ ਕਰ ਲੈਂਦਾ। ਪਿੱਛੇ ਪਈ ਲੋਹੇ ਦੀ ਕੁਰਸੀ ਮੇਰੇ ਅੱਗੇ ਸਰਕਾ ਦਿੰਦਾ। ਬੜੇ ਨਿੱਘ ਨਾਲ ਗੱਲਾਂ ਬਾਤਾਂ ਕਰਦਾ। ਉਹ ਮੇਰੇ ਜ਼ਿਲ੍ਹੇ ਦੀਆਂ ਗੱਲਾਂ 'ਤੇ ਧਿਆਨ ਧਰਦਾ ਦਿਖਾਈ ਦਿੰਦਾ ਤੇ ਮੁੜ ਅਜਿਹੇ ਸਵਾਲ ਕਰਦਾ ਜਿਨ੍ਹਾਂ ਰਾਹੀਂ ਉਹ ਫਿਰੋਜ਼ਪੁਰ ਤੇ ਲੁਧਿਆਣੇ ਜ਼ਿਲ੍ਹੇ ਦਾ ਟਾਕਰਾ ਕਰ ਸਕਦਾ। ਉਧਰ ਤੁਹਾਡੇ ਜ਼ਿਲ੍ਹੇ 'ਚ ਤਾਂ ਪ੍ਰਾਹੁਣਿਆਂ ਮੈਂ ਸੁਣਿਆ ਨਹਿਰੀ ਪਾਣੀ ਦਾ ਕੋਈ ਖਿਆਲ ਹੀ ਨਹੀਂ ਕਰਦਾ। ਹਾਂਜੀ ਬਾਈ ਜੀ, ਉੱਥੇ ਟਿਊਬਵੈੱਲ ਸੌਖਾ ਲੱਗ ਜਾਂਦਾ ਤੇ ਸਸਤਾ ਵੀ। ਜ਼ਮੀਨ ਹੇਠਲਾ ਪਾਣੀ ਵੀ ਉੱਧਰ ਸੁਣਿਆ ਮਿੱਠਾ ਤੇ ਚੰਗਾ, ਇੱਧਰ ਵਾਂਗੂ ਖਾਰਾ ਨਹੀਂ। ਠੀਕ ਸੁਣਿਆ ਬਾਈ ਜੀ। ਨਹੀਂ ਰੀਸਾਂ ਬਈ ਲੁਧਿਆਣੇ ਜ਼ਿਲ੍ਹੇ ਦੀਆਂ। ਅਤੇ ਫਿਰ ਉਹ ਜਿੰਨਾ ਚਿਰ ਮੈਂ ਉਹਦੇ ਕੋਲ ਬੈਠਾ ਰਹਿੰਦਾ ਸਿਫਤਾਂ ਦੀ ਲੜੀ ਨਾ ਟੁੱਟਣ ਦਿੰਦਾ। ਲੋਕ ਵੀ ਬਹੁਤ ਪੜ੍ਹੇ ਲਿਖੇ ਆ ਬਾਈ ਤੁਹਾਡੇ ਜ਼ਿਲ੍ਹੇ ਦੇ ਪ੍ਰਾਹੁਣਿਆਂ। ਲੋਕ ਤਾਂ ਸਭ ਥਾਂ ਹੀ ਰਲੇ ਮਿਲੇ ਹੀ ਹੁੰਦੇ ਆ ਬਾਈ ਜੀ, ਪੜ੍ਹੇ ਲਿਖੇ ਵੀ ਅਤੇ ਅਨਪੜ੍ਹ ਵੀ। ਮੈਂ ਨਰੈਣ ਨੂੰ ਆਪਣੇ ਪਿੰਡ ਦੇ ਸੰਤੇ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ, ਜੋ ਆਪ ਤਾਂ ਕੋਰਾ ਅਨਪੜ੍ਹ ਹੈ ਹੀ ਸੀ, ਨਾਲ ਹੀ ਪੜ੍ਹੇ ਲਿਖੇ ਲੋਕਾਂ ਨੂੰ ਵੀ ਟਿੱਚਰਾਂ ਕਰਦਾ ਰਹਿੰਦਾ ਸੀ। ਕੋਈ ਪੜ੍ਹਾ ਮਿਲਦਾ ਤਾਂ ਉਹਨੂੰ ਘੇਰ ਕੇ ਪੁੱਛਦਾ, ਕਿਹਵੀਂ 'ਚ ਪੜ੍ਹਦਾ ਹੈ? ਪੜ੍ਹਾ ਦੱਸਦਾ, ਤਾਇਆ 6ਵੀਂ 'ਚ। ਸੰਤਾ ਕਹਿੰਦਾ, ਲੈ ਫਿਰ ਇਹ ਅੱਖਰ ਪੜ੍ਹ ਕੇ ਦੱਸ। ਉਹ ਡੱਕਾ ਲੈ ਕੇ ਜ਼ਮੀਨ ਉੱਪਰ ਖੜਵੇ ਦਾ ਵਿੰਗ ਤੜਿੰਗੀ ਬਲੇਵੇਂ ਖਾਂਦੀ ਲਕੀਰ ਖਿੱਚ ਦਿੰਦਾ। ਲੈ ਦੱਸ ਬਈ ਪੜ੍ਹਿਆ, ਆਹ ਕੀ ਲਿਖਿਆ ਹੈ? ਪੜ੍ਹਾ ਦੇਖਦਾ, ਉਲਝਦਾ ਤੇ ਫਿਰ ਹੱਥ ਖੜੇ ਕਰ ਦਿੰਦਾ। ਪਤਾ ਨਹੀਂ ਤਾਇਆ।
ਇਹ ਸਾਡੀਆਂ ਕਿਤਾਬਾਂ 'ਚ ਤਾਂ ਇਹ ਪੜ੍ਹਾਈ ਹੈ ਨਹੀਂ। ਬਸ ਲਾ ਲਿਆ ਜ਼ੋਰ, ਇਹ ਬਲਦ ਮੂਤਣਾ ਹੈ, ਬਲਦ ਮੂਤਣਾ। ਵੱਡੇ ਪੜਾਕੂ ਬਣੇ ਫਿਰਦੇ ਐ। ਪਰ ਮੈਂ ਦੇਖਿਆ ਨਰੈਣਾ ਇਹਨਾਂ ਗੱਲਾਂ ਨੂੰ ਅਣਸੁਣੀਆਂ ਹੀ ਕਰ ਛੱਡਦਾ ਸੀ। ਸੰਤੇ ਦੇ ਹਵਾਲੇ ਨਾਲ ਮੈਂ ਉਹਨੂੰ ਇੱਕ ਗੱਲ ਇਹ ਵੀ ਸੁਣਾਈ। ਮੇਰੇ ਪਿੰਡ ਦਾ ਜ਼ਿਮੀਂਦਾਰਾਂ ਦੇ ਪਰਿਵਾਰ ਵਿੱਚੋਂ ਮੋਹਨ ਸਿੰਘ ਇੱਕ ਲੰਮਾ ਅਰਸਾ ਇੰਗਲੈਂਡ ਵਿੱਚ ਰਿਹਾ ਸੀ। ਉੱਥੇ ਉਹ BBC 'ਚ ਕੰਮ ਕਰਦਾ ਸੀ। ਉਹਨੇ ਇੰਗਲੈਂਡ ਦੀ ਜੀਵਨ ਸ਼ੈਲੀ ਨੂੰ ਪੂਰੀ ਤਰ੍ਹਾਂ ਅਪਣਾਇਆ ਹੋਇਆ ਸੀ। ਪਿਛਲੀ ਉਮਰੇ ਪਿੰਡ ਦਾ ਹੇਜ ਜਾਗਿਆ। ਪੱਕੀ ਰਿਹਾਇਸ਼ ਉਹਨੇ ਪਿੰਡ ਦੇ ਨੇੜਲੇ ਕਸਬੇ ਵਿੱਚ ਰੱਖੀ। ਦਿਨ ਵੇਲੇ ਉਹ ਪਿੰਡ ਆ ਜਾਂਦਾ, ਆਪਣੇ ਭਾਈਚਾਰੇ ਨਾਲ ਦਿਨ ਗੁਜ਼ਾਰ ਕੇ ਸ਼ਾਮ ਨੂੰ ਬੱਸ ਜਾਂ ਟੈਂਪੂ ਬੈਗ ਉਹ ਕਸਬੇ ਵਿੱਚ ਪਰਤ ਜਾਂਦਾ। ਇੱਕ ਦਿਨ ਸੰਤੇ ਨੇ ਸਾਧਨ ਦੀ ਉਡੀਕ ਕਰਦੇ ਮੋਹਨ ਸਿੰਘ ਨੂੰ ਬੱਸ ਅੱਡੇ 'ਤੇ ਆ ਘੇਰਿਆ। ਉਹ ਉਹਦੀ ਦਿੱਖ ਬਾਰੇ ਬੜੀਆਂ ਮਖੌਲੀਆਂ ਟਿੱਪਣੀਆਂ ਕਰਦਾ ਰਿਹਾ। ਮੋਹਨ ਸਿੰਘ ਨੇ ਸਹਿਣਸ਼ੀਲਤਾ ਬਣਾਈ ਰੱਖੀ, ਜ਼ਿਆਦਾ ਪ੍ਰਤੀਕਰਮ ਨਹੀਂ ਦਿਖਾਏ। ਪਰ ਜਦੋਂ ਸੰਤੇ ਨੇ ਆਪਣੇ ਸ਼ਬਦੀ ਬਾਣ ਜਾਰੀ ਰੱਖਦਿਆਂ ਉਹਦੀ ਸਫਾ ਚੱਟ ਦਾੜੀ ਵੱਲ ਇਸ਼ਾਰਾ ਕਰਦਿਆਂ, ਤੈਨੂੰ ਮੋਹਨ ਸਿੰਘ ਕੌਣ ਕਹਿ ਦਿਓ, ਤੈਨੂੰ ਤਾਂ ਮੋਹਣੀ ਕਹਿਣਾ ਚਾਹੀਦਾ, ਮੋਹਣੀ। ਸੰਤੇ ਨੇ ਮੋਹਣੀ ਸ਼ਬਦ ਚੱਬ ਕੇ ਕਿਹਾ ਤਾਂ ਮੋਹਨ ਸਿੰਘ ਵੀ ਸਿੱਧਾ ਹੋ ਗਿਆ। ਕਹਿਣ ਲੱਗਾ, ਬਾਣੇ ਨੂੰ ਛੱਡ ਸੰਤਿਆ, ਜੇ ਪਿਓ ਦਾ ਪੁੱਤ ਐ ਤਾਂ ਬਾਣੀ ਦੀ ਗੱਲ ਕਰ, ਮੈਂ ਕਰਾਂ ਬਾਣੀ 'ਚੋਂ ਸਵਾਲ। ਸੰਤੇ ਨੂੰ ਬਾਣੀ ਬਾਰੇ ਆਪਣੇ ਗਿਆਨ ਦਾ ਪੂਰਾ ਪਤਾ ਸੀ। ਉਹ ਉੱਥੋਂ ਟਲ ਗਿਆ। ਨਰੈਣੇ ਨੇ ਮੇਰੀ ਇਸ ਗੱਲ ਦਾ ਵੀ ਕੋਈ ਧਿਆਨ ਨਾ ਦਿੱਤਾ। ਉਹ ਇਹੋ ਗੱਲ ਆਖਦਾ, ਪ੍ਰਾਹੁਣਿਆਂ ਨਹੀਂ ਰੀਸਾਂ ਲੁਧਿਆਣੇ ਜ਼ਿਲ੍ਹੇ ਦੀਆਂ। ਅਤੇ ਫਿਰ ਇੱਕ ਦਿਨ ਨਰੈਣੇ ਨੇ ਆਪਣੇ ਮਨ ਦੀ ਗੱਲ ਦੱਸੀ। ਇੱਕ ਫੇਰੀ ਦੌਰਾਨ ਉਸਨੇ ਕਿਹਾ, ਪ੍ਰਾਹੁਣਿਆਂ ਮੈਂ ਚਾਹੁੰਦਾ ਤੂੰ ਆਪਣੀ ਦੀਪੋ ਦਾ ਸਾਕ ਆਪਣੇ ਜ਼ਿਲ੍ਹੇ 'ਚ ਲੈ ਜਾ। ਦੇਖੀ ਕੋਈ ਮੁੰਡਾ ਆਪਣੇ ਪਿੰਡ, ਖਿਆਲ ਰੱਖੀ। ਤੇਰੀ ਭਾਬੀ ਦੀ ਵੀ ਇਹੋ ਹੀ ਇੱਛਾ ਹੈ। ਮੁੰਡਿਆਂ ਵਾਂਗੂ ਇਹ ਨਹੀਂ ਗੰਗਾ ਨਗਰ ਵੱਲ ਵਿਆਹੁਣੀ। ਜ਼ਰੂਰ ਖਿਆਲ ਰੱਖਾਂਗਾ ਬਾਈ ਜੀ। ਮੇਰੇ ਹਾਮੀ ਭਰਨ 'ਤੇ ਉਹ ਖੁਸ਼ ਹੋ ਗਿਆ ਅਤੇ ਇਸੇ ਖੁਸ਼ੀ 'ਚ ਮੈਨੂੰ ਜ਼ਰਾ ਹੋਰ ਰੁਕਣ ਲਈ ਕਹਿ ਕੇ ਅੰਦਰੋਂ ਰੰਮ ਦਾ ਪੈਗ ਬਣਾ ਲਿਆ। ਘਰ ਆ ਕੇ ਮੈਂ ਪਤਨੀ ਨਾਲ ਦੀਪੋ ਦੇ ਰਿਸ਼ਤੇ ਬਾਰੇ ਨਰੈਣੇ ਨਾਲ ਹੋਈ ਗੱਲ ਕੀਤੀ। ਉਹਨੇ ਲੱਤ ਨਾਲ ਆਈ, ਆਖਣ ਲੱਗੀ, ਇਹੋ ਜਿਹੇ ਕੰਮ 'ਚ ਮਗਰੋਂ ਫਿੱਕ ਪੈ ਜਾਂਦਾ। ਜੇ ਕੋਈ ਲਾਂਭੇ ਵਾਲੀ ਗੱਲ ਹੋ ਗਈ ਮੈਂ ਤਾਂ ਪੇਕਿਆਂ ਵੱਲੋਂ ਵੀ ਜਾਊਂ, ਤੁਸੀਂ ਚੁੱਪ ਹੀ ਰਹੋ। ਸਹੁਰਿਆਂ ਤੋਂ ਪਰਤ ਕੇ ਇਹੋ ਗੱਲ ਮੈਂ ਆਪਣੀ ਮਾਂ ਨਾਲ ਕੀਤੀ। ਉਹ ਸੁਣਦਿਆਂ ਸਾਰੀ ਰਿਸ਼ਤਾ ਕਰਾਉਣ ਲਈ ਉਤਾਵਲੀ ਹੋ ਗਈ। ਮੇਰੀ ਪਤਨੀ ਨੇ ਜ਼ਰਾ ਸਖਤੀ ਨਾਲ ਮਾਂ ਨੂੰ ਇਸ ਕੰਮ ਤੋਂ ਪਿੱਛੇ ਹਟਣ ਲਈ ਕਿਹਾ। ਮਾਤਾ ਕੀ ਲੈਣਾ ਇਹੋ ਜਿਹੇ ਕੰਮ 'ਚੋਂ, ਮੇਰੇ ਤੋਂ ਨਹੀਂ ਚੁੱਕ ਹੋਣੀ ਇਹ ਜ਼ਿੰਮੇਵਾਰੀ। ਨਾਲੇ ਮਾਤਾ ਆਪਾਂ ਕਿੱਥੋਂ ਲੱਭਦੇ ਫਿਰਾਂਗੇ ਮੁੰਡਾ, ਲੈ ਲੱਭਣ ਕਿੱਥੋਂ ਜਾਣਾ। ਸਤਵੀਰ ਦਾ ਮੁੰਡਾ ਹੈ ਤਾਂ ਸਹੀ। ਪਹਿਲੀ ਗੱਲ ਤਾਂ ਮੁੰਡਾ ਕੁੜੀ ਤੋਂ ਉਮਰ 'ਚ ਛੋਟਾ ਹੈ। ਦੂਜੀ ਗੱਲ ਮੁੰਡੇ 'ਚ ਬੱਜ ਹੈ। ਉਹਦੀ ਇੱਕ ਅੱਖ। ਨੂੰਹ ਨੇ ਸੱਸ ਨੂੰ ਫਿਰ ਉਤਸ਼ਾਹਿਤ ਕਰਨ ਦਾ ਯਤਨ ਕੀਤਾ, ਪਰ ਐਤਕੀ ਮਾਂ ਸਖਤ ਹੋ ਗਈ। ਕਹਿੰਦੀ, ਤੂੰ ਉਹਨਾਂ ਨੂੰ ਸੱਦ ਕੇ ਮੁੰਡਾ ਤਾਂ ਦਿਖਾ, ਨਾ ਪਸੰਦ ਆਊ ਤਾਂ ਜਵਾਬ ਦੇ ਦੇਣਗੇ। ਆਪਾਂ ਕੋਈ ਧੱਕੇ ਨਾਲ ਰਿਸ਼ਤਾ ਕਰਾਉਣਾ ਹੈ। ਆਪਣੀ ਸੱਸ ਦੇ ਆਦੇਸ਼ ਦਾ ਪਾਲਣ ਕਰਦਿਆਂ ਪਤਨੀ ਨੇ ਨਰੈਣੇ ਨੂੰ ਮੁੰਡਾ ਦੇਖਣ ਲਈ ਆਉਣ ਦਾ ਸੁਨੇਹਾ ਭੇਜ ਦਿੱਤਾ। ਤਕੀਦ ਕੀਤੀ ਕਿ ਨਰੈਣਾ ਬਾਈ ਲਾਮ ਬੰਨ੍ਹ ਕੇ ਨਾ ਆਵੇ, ਬਸ ਆਪਣੇ ਨਾਲ ਆਪਣੇ ਇੱਕ ਦੋ ਖਾਸਮ ਖਾਸ ਬੰਦਿਆਂ ਨੂੰ ਹੀ ਲੈ ਕੇ ਆਵੇ। ਨਰੈਣੇ ਦਾ ਜਵਾਬ ਆਇਆ, ਮੈਂ ਤੇ ਮੁੰਡਾ ਜੋਗਿੰਦਰ ਸਿੰਘ ਹੀ ਆਵਾਂਗੇ, ਬਾਕੀ ਖਾਸਮ ਖਾਸ ਸਾਡਾ ਪ੍ਰਾਹੁਣਾ ਜੋ ਬੈਠਾ ਇੱਥੇ ਉਹ ਤੋਂ ਖਾਸ ਹੋਰ ਕਿਹੜਾ ਹੋ ਸਕਦਾ ਹੈ। ਨਰੈਣੇ ਦੇ ਇਸ ਜਵਾਬ ਨਾਲ ਮੇਰੇ ਉੱਤੇ ਹੋਰ ਵੱਡੀ ਜ਼ਿੰਮੇਵਾਰੀ ਆਣ ਪਈ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਦੇਖ ਦਿਖਾਈ ਵਾਲੇ ਦਿਨ ਹੀ ਮੈਨੂੰ ਨਰੈਣੇ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਨੂੰ ਜਾਪਿਆ ਜਿਵੇਂ ਨਰੈਣਾ ਮੇਰੇ ਸਾਹਮਣੇ ਖੜ੍ਹਾ ਕਹਿ ਰਿਹਾ ਹੋਵੇ, ਪ੍ਰਾਹੁਣਿਆਂ ਕੋਈ ਤਾਂ ਸੋਚ ਲੈਂਦਾ। ਫਿਰ ਮੈਂ ਇਹ ਸੋਚ ਕੇ ਮਨ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ, ਹੁਣ ਮੋਹਲਿਆਂ ਤੋਂ ਕੀ ਡਰਦਾ, ਦੇਖੀ ਜਾਊ ਜੋ ਹੋ। ਨਿਸ਼ਚਿਤ ਦਿਨ ਨਰੈਣਾ ਆਪਣੇ ਮੁੰਡੇ ਅਤੇ ਮੇਰੀ ਸੱਸ ਨੂੰ ਲੈ ਕੇ ਆ ਪਹੁੰਚਿਆ। ਬਰਫੀ ਨਮਕੀਨ ਨਾਲ ਉਹਨਾਂ ਦੀ ਸੋਹਣੀ ਸੇਵਾ ਕੀਤੀ ਗਈ। ਮੁੰਡੇ ਨੂੰ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮੇਰੀ ਮਾਂ ਨੇ ਕੁਝ ਹਦਾਇਤਾਂ ਦਿੱਤੀਆਂ। ਮੈਂ ਇਹਨਾਂ ਹਦਾਇਤਾਂ ਦੇ ਪੱਖ ਵਿੱਚ ਨਹੀਂ ਸਾਂ। ਇਹਨਾਂ ਹਦਾਇਤਾਂ ਦਾ ਮਕਸਦ ਮੁੰਡੇ ਦੇ ਬਾਜ ਨੂੰ ਲੁਕਾਉਣਾ ਸੀ। ਮੈਂ ਚਾਹੁੰਦਾ ਸਾਂ ਸਭ ਕੁਝ ਪ੍ਰਤੱਖ ਸਾਹਮਣੇ ਆਉਣ ਦਿਓ, ਤਾਂ ਕਿ ਕੱਲ੍ਹ ਨੂੰ ਕੋਈ ਉਲਾਂਭਾ ਨਾ ਆਵੇ ਕਿ ਪ੍ਰਾਹੁਣੇ ਨੇ ਉਹਲਾ ਰੱਖਿਆ। ਚਾਹ ਪਾਣੀ ਮਗਰੋਂ ਸਤਬੀਰ ਨੇ ਆਪਣੇ ਲੜਕੇ ਹਰਪਾਲ ਨੂੰ ਨਰੈਣੇ ਹੁਣਾਂ ਦੇ ਸਰਮੁਖ ਪੇਸ਼ ਕੀਤਾ। ਮੁੰਡਾ ਹਲਕੀ ਜਿਹੀ ਸੰਗ ਅਤੇ ਝਿਜਕ ਦੇ ਭਾਵ ਨਾਲ ਪੇਸ਼ ਹੋਇਆ। ਮੈਂ ਦੇਖਿਆ ਉਹ ਆਪਣੀ ਅੱਖ ਦੇ ਨੁਕਸ ਨੂੰ ਛੁਪਾਉਣ ਦੇ ਮਾਮਲੇ ਵਿੱਚ ਕਿੰਨਾ ਬੇਬਸ ਸੀ। ਉਹ ਨਰੈਣੇ ਵੱਲੋਂ ਪੁੱਛੇ ਸਵਾਲਾਂ ਦੇ ਕਿ ਕੀ ਕੰਮ ਕਰਦਾ ਹੈ, ਕਿੰਨੀ ਕੁ ਕਮਾਈ ਹੋ ਜਾਂਦੀ ਹੈ, ਕਿੰਨਾ ਕੁ ਕੰਮ ਮਿਲ ਜਾਂਦਾ ਹੈ, ਦੇ ਸੰਖੇਪ ਜਵਾਬ ਦਿੰਦਾ ਰਿਹਾ। ਵਿੱਚ ਸਵਾਲਾਂ ਦੇ ਜਵਾਬ ਦੇਣ 'ਚ ਮੁੰਡੇ ਦੀ ਮਾਂ ਅਤੇ ਪਿਓ ਵੱਲੋਂ ਵੀ ਮਦਦ ਕੀਤੀ ਗਈ। ਮੇਰੀ ਮਾਂ
ਤੇ ਮੇਰੀ ਪਤਨੀ, ਇੱਥੋਂ ਤੱਕ ਕਿ ਮੇਰੀ ਸੱਸ ਲਈ ਵੀ ਇਹ ਗੱਲਾਂ ਬੇਮਾਇਨੀ ਸਨ। ਸਾਡਾ ਸਾਰਾ ਧਿਆਨ ਹਰਪਾਲ ਦੀ ਅੱਖ ਵੱਲ ਸੀ। ਸਤਬੀਰ ਦੇ ਘਰੋਂ ਵਾਪਸ ਆਏ ਤਾਂ ਸਭ ਨੂੰ ਉਮੀਦ ਸੀ ਕਿ ਨਰਾਇਣਾ ਸਿੱਧਾ ਜਵਾਬ ਭਾਵੇਂ ਨਾ ਦੇਵੇ, ਟਾਲ ਮਟੋਲ ਜ਼ਰੂਰ ਕਰੇਗਾ। ਪਰ ਨਰਾਇਣੇ ਨੇ ਤਾਂ ਖੁੱਲ੍ਹ ਕੇ ਆਖ ਦਿੱਤਾ, ਮੁੰਡਾ ਸਾਡੇ ਪਸੰਦ ਹੈ, ਕੁੜੀ ਤੇ ਸਾਡੇ ਘਰ ਬਾਰੇ ਉਹ ਤਸੱਲੀ ਕਰ ਲੈਣ। ਤਸੱਲੀ ਹੋਊਗੀ ਤਾਂ ਲੜਕੀ ਦੇਖਣ ਦਾ ਪ੍ਰੋਗਰਾਮ ਬਣਾ ਲੈਣ। ਮੇਰੀ ਪਤਨੀ ਨੂੰ ਮੁੰਡੇ ਦੇ ਪਸੰਦ ਆ ਜਾਣ ਬਾਰੇ ਜਿਵੇਂ ਹਾਲੇ ਵੀ ਕੋਈ ਅਚਵੀ ਜਿਹੀ ਲੱਗੀ ਹੋਈ ਸੀ। ਉਹ ਵਾਰ-ਵਾਰ ਨਰਾਇਣੇ ਨੂੰ ਅੰਦਰੋਂ ਸਮਝਣ ਲਈ ਪੁੱਛ ਰਹੀ ਸੀ, ਬਾਈ ਜੀ ਮੁੰਡਾ ਤੁਸੀਂ ਦੇਖ ਤਾਂ ਲਿਆ ਨਾ ਚੰਗੀ ਤਰ੍ਹਾਂ? ਹਾਂ ਹਾਂ ਕੁੜੀਏ, ਮੁੰਡਾ ਦੇਖਣੀ ਤਾਂ ਆਏ ਹਾਂ ਅਸੀਂ, ਹੋਰ ਕੀ ਇੱਥੇ ਮਿੱਟੀ ਕੱਢਣ ਆਉਣਾ ਸੀ। ਫਿਰ ਮੇਰੀ ਪਤਨੀ ਨੇ ਜਿਵੇਂ ਬਾਈ ਨਰਾਇਣੇ ਨੂੰ ਆਖਰੀ ਸਵਾਲ ਕੀਤਾ। ਉਹਨੂੰ ਉਮੀਦ ਸੀ ਕਿ ਬਾਈ ਹੁਣ ਜ਼ਰੂਰ ਮੁੰਡੇ ਦੀ ਅੱਖ ਦਾ ਵੇਰਵਾ ਪਾਵੇਗਾ। ਬਾਈ ਦੱਸ ਫਿਰ ਕੀ ਦੇਖਿਆ ਮੁੰਡੇ ਦਾ? ਕੁੜੀਏ ਹੱਥ ਦੇਖ ਲਏ ਮੈਂ ਮੁੰਡੇ ਦੇ ਹੱਥ, ਕੁੜੀ ਭੁੱਖੀ ਨਹੀਂ ਮਰਨ ਲੱਗੀ। ਮੈਨੂੰ ਤੇ ਮੇਰੀ ਪਤਨੀ ਨੂੰ ਅੱਖ ਦਾ ਤੌਖਲਾ ਵੱਢ ਵੱਢ ਖਾ ਰਿਹਾ ਸੀ। ਨਰਾਇਣਾ ਹੱਥ ਦੇਖ ਕੇ ਮੁੰਡਾ ਪਸੰਦ ਕਰ ਗਿਆ। ਧੰਨਵਾਦ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।